अस्सलामु अलैकुम वरहमतुल्लाहि वबरकातुहू। उम्मीद है तुसी सारे ठीक होवोगे और खैर आफियत नाल होवोगे और हसदे ते मुस्कुरांदे होवोगे। अज दा साढ़ा जेह्ड़ा प्रोग्राम है बड़ा मज़ेदार जिहा है, क्योंकि जी अज साढ़े नाल शख्सियत ने ना वो अजकल बड़े माशाल्लाह फेमस चल रहे हैं और माशाल्लाह एक्सपीरियंस भी बड़ा ज़्यादा उन्होंने को। ठीक है, और अज जिहड़ी चीज़ वो दसन जा रहे हैं ना, एड्डी कमाल दी चीज़ है। अक्सर लोग ना ਜਿਹੜੇ ਸਭ ਤੋਂ ਜ਼ਿਆਦਾ ਪਰੇਸ਼ਾਨ ਹੁੰਦੇ ਨੇ, ਦੇਖੋ ਪੂਰੀ ਦੁਨੀਆ 'ਚ ਸਭ ਤੋਂ ਮਹਿੰਗਾ ਇਲਾਜ ਕਿਹੜਾ ਹੈ? ਉਹ ਦੰਦਾਂ ਦਾ। ਔਰ ਅੱਜ ਅਸੀਂ ਸਿਰਫ ਦੰਦਾਂ ਦੇ ਹਵਾਲੇ ਨਾਲ ਹੀ ਗੱਲ ਕਰਾਂਗੇ। ਅਕਸਰ ਲੋਕ ਪਰੇਸ਼ਾਨ ਨੇ, ਮੂੰਹ 'ਚੋਂ ਖੂਨ ਆ ਰਿਹਾ ਹੈ, ਬੁਰਸ਼ ਕਰਦੇ ਆ ਖੂਨ ਆਣਾ ਸ਼ੁਰੂ ਹੋ ਜਾਂਦਾ ਹੈ, ਠੰਡਾ ਤੱਤਾ ਲੱਗਦਾ ਹੈ, ਦੰਦ ਕਮਜ਼ੋਰ ਹੁੰਦੇ ਜਾ ਰਹੇ ਨੇ ਔਰ ਦੰਦਾਂ ਦੇ ਅੰਦਰ ਰੇਸ਼ਾ ਪਸ ਪੈ ਜਾਂਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਵਾਸਤੇ ਇਲਾਜ ਕੀ ਹੋਣਾ ਚਾਹੀਦਾ? और सब तो पहले तो ये असी हकीम साहब नूं पुछांगे ਇਹਦਾ सबब की हुंदा जे, ये भी सानू दसो ਇਹਦਾ सबब की है। फिर ਇਹਦੀਆਂ ਕਿਹੜੀਆਂ ਅਲਾਮਤਾਂ ਕਿੰਜ ਸਾਨੂੰ ਪਤਾ ਲੱਗੇਗਾ ਕਿ ਸਾਡੇ ਦੰਦ ਖਰਾਬ ਹੋ ਰਹੇ ਨੇ। ਤੇ ਅੱਜ ਅਸੀਂ ਜਿਹੜੀ ਮਹਿਮਾਨ ਸ਼ਖਸੀਅਤ ਬੁਲਾਏ ਨੇ ਨਾ, ਇਹਨਾਂ ਦਾ ਨਾਮ ਜੇ प्रोफेसर हकीम मियां मोहम्मद खलील साहब। हकीम साहब ठीक ठाक हो जी? अल्लाह का शुक्र है, तबीयत ठीक है? बड़ा शुक्र है। आजकल बड़े माशाल्लाह तुसी फेमस चलन रहे हो। हाँ सब बस आवाम दी खिदमत वास्ते अपने आप ਨੂੰ वक्फ कर ਦਿੱਤਾ। अल्लाह ताला अगर तुसी वाकई वक्फ कीता ना, ते अल्लाह ताला ਤੁਹਾਡੀ ਇਹਦੇ ਵਿੱਚ ਮਦਦ ਵੀ ਕਰੇ ਤੇ अल्लाह ताला ਤੁਹਾਨੂੰ ਮਜ਼ੀਦ ਤਰੱਕੀਆਂ ਦੇਵੇ। ਆਮੀਨ। ਔਰ ਤੁਸੀਂ ਇਸ ਤੋਂ ਜ਼ਿਆਦਾ ਜਿਹੜਾ ਨਾ ਲੋਕਾਂ ਦੀ ਖਿਦਮਤ ਕਰੋ। ਤੇ ਅੱਜ ਤੁਸੀਂ ਸਾਨੂੰ ਨਾ ਜ਼ਰਾ ਇਹ ਜਿਹੜੇ ਦੰਦ ਖਰਾਬ ਹੋ ਜਾਂਦੇ ਨੇ ਬੜੀ ਜਲਦੀ। ਪਹਿਲੇ ਲੋਕ 100 ਸਾਲ ਤੱਕ ਵੀ ਬਦਾਮ ਵੀ ਤੋੜ ਲੈਂਦੇ ਸੀ, ਚੀਜ਼ਾਂ ਵੀ ਖਾ ਲੈਂਦੇ ਸੀ, ਦੰਦ ਵੀ ਠੀਕ ਹੁੰਦੇ ਸੀ। ਔਰ ਅੱਜ ਕੱਲ ਕੀ ਗੱਲ ਏ, 12 ਸਾਲ ਦਾ ਬੱਚਾ, 10 ਸਾਲ ਦਾ ਬੱਚਾ, 15 ਸਾਲ ਦਾ ਬੱਚਾ, 20 ਸਾਲ ਦਾ ਬੱਚਾ ਉਹ ਦਾੜਾਂ ਲੈ ਕੇ ਬੈਠਾ ਹੁੰਦਾ, ਦੰਦ ਲੈ ਕੇ ਬੈਠਾ ਹੁੰਦਾ, ਦਰਦ ਬੜੀ ਹੋ ਰਹੀ ਹੈ, ਕੈਵਿਟੀ ਬੜੀ ਜ਼ਿਆਦਾ ਹੋ ਜਾਂਦੀ ਆ ਔਰ ਬਹੁਤ ਸਾਰੇ ਮਸਾਇਲ ਹੋ ਗਏ ਨੇ। ਇਹ ਤੁਸੀਂ ਕਿਸ ਤਰ੍ਹਾਂ ਇਹਦਾ ਸਾਨੂੰ ਦੱਸੋ, ਸਬਬ ਕੀ ਹੈ, ਫਿਰ ਦੀਆਂ ਅਲਾਮਤਾਂ ਵੀ ਦੱਸੋ, ਇਲਾਜ ਵੱਲ ਫਿਰ ਆਵਾਂਗੇ ਆਪਾਂ। ਦੱਸੋ ਜੀ। ਹਾਂ ਸਰ, ਮੇਰੀ ਉਮਰ ਇਸ ਟਾਈਮ 54 ਸਾਲ। ਮਾਸ਼ਾਅੱਲਾ ਲੱਗਦੇ ਤੇ ਇੱਥੇ ਬੋਤਲ ਲੈ ਆਓ, ਬਦਾਮ ਲੈ ਆਓ, ਮੈਂ ਦੰਦ ਨਾਲ ਤੋੜ ਦਾਂਗਾ। ਅੱਲਾਹੁ ਅਕਬਰ। ਇਹ ਗੱਲ ਤੇ ਹੋਈ ਨਾ, ਦੇਖੋ ਕਿਉਂਕਿ ਅਸੀਂ ਗੰਨੇ ਵੀ ਚੂਪੇ ਨੇ। ਹਾਏ ਹਾਏ ਹਾਏ, ਕਿਹੜੀ ਗੱਲ ਯਾਦ ਕਰਵਾ। ਅਸੀਂ ਮਸਵਾਕਾਂ ਵੀ ਕੀਤੀਆਂ ਨੇ ਤੇ ਅਸੀਂ ਮੰਜਨ ਵੀ ਇਸਤੇਮਾਲ ਕੀਤੇ ਨੇ। ਸਭ ਤੋਂ ਵੱਡੀ ਵਜ੍ਹਾ ਜਿਹੜੀ ਦੰਦਾਂ ਨੂੰ ਖਰਾਬ ਕਰਦੀ ਹੈ, ਅਗਰ ਕਿਸੇ ਦੇ ਬਿਜ਼ਨਸ ਨੂੰ ਠੇਸ ਪਹੁੰਚੇ ਤੇ ਸਾਡਾ ਟਾਰਗੇਟ ਉਹਨੂੰ ਠੇਸ ਪਹੁੰਚਾਉਣਾ ਨਹੀਂ, ਆਵਾਮ ਦੇ ਅੱਗੇ ਹੱਕ ਸੱਚ ਰੱਖਣਾ। ਬਿਲਕੁਲ ਐਸਾ ਹੀ ਹੈ। ਤੇ ਸੱਚੀ ਗੱਲ ਇਹ ਵੇ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੁਨਨਤ ਤੇ ਅਮਲ ਜਿਹੜਾ ਕਰੇਗਾ ਉਹ ਇੱਕ ਨਹੀਂ ਹਜ਼ਾਰ ਫਾਇਦੇ। ਤੇ ਜਿਹਦੀ ਸਭ ਤੋਂ ਵੱਡੀ ਸੁਨਨਤ ਉਹ ਮਸਵਾਕ, ਜਿਹਦੇ ਤੋਂ ਅੱਜ ਅਸੀਂ ਦੂਰ ਹਾਂ ਤੇ ਬਹੁਤ ਦੂਰ ਹਾਂ ਜੀ। ਬਿਲकुल खलील साहब, ये ऐसी हदीस है, हदीस से अल्फाज ने अस्सिवाकु मतहरतुल लिफमी व मरजातुल रब, यानी कि मुंह ਨੂੰ ਵੀ ਪਾਕ ਕਰਦੀ ਹੈ ਤੇ ਰੱਬ ਨੂੰ ਵੀ ਰਾਜ਼ੀ ਕਰਦੀ ਹੈ। ਯਾਨੀ ਕਿ ਕਿੱਡੀ ਵੱਡੀ ਗੱਲ ਹੈ। ਔਰ ਜਿੰਨੀਆਂ ਪੇਟ ਦੀਆਂ ਬਿਮਾਰੀਆਂ ਉਹਨਾਂ ਦਾ ਤਾਲੁਕ ਦੰਦਾਂ ਨਾਲ ਬੜਾ ਗਹਿਰਾ ਜੇ। ਜੀ ਅਸਰ ਜਿਹੜਾ ਬੰਦਾ ਪ੍ਰੋਪਰ ਮਸਵਾਕ ਜਾਂ ਮੰਜਨ ਇਸਤੇਮਾਲ ਕਰਦਾ ਉਹਨੂੰ ਇਹ ਛੋਟੀਆਂ ਮੋਟੀਆਂ ਬਿਮਾਰੀਆਂ ਨਹੀਂ ਹੁੰਦੀਆਂ। ਅਸਲ ਸਭ ਤੋਂ ਵੱਡੀ ਜਿਹੜੀ ਇਸ ਵਜ੍ਹਾ ਤੋਂ ਪੁੱਛੀ ਹੈ ਨਾ ਕਿ ਦੰਦ ਖਰਾਬ ਹੋਣ ਦੀ, ਉਹ ਪੇਸਟ, ਖਾਸ ਕਰ ਗੈਰ ਮਿਆਰੀ ਕੈਮੀਕਲ ਵਾਲੇ ਪੇਸਟ, ਜਿਹੜੇ ਕਿ ਐਸੇ ਕੈਮੀਕਲ ਨੇ ਕਿ ਝੱਗ ਬਣਾਉਂਦੇ ਨੇ ਤੇ ਦੰਦਾਂ ਦੇ ਐਨੇਮਲ ਨੂੰ ਨੁਕਸਾਨ ਦਿੰਦੇ ਨੇ, ਮਸੂੜਿਆਂ ਨੂੰ ਡੈਮੇਜ ਕਰਦੇ ਨੇ। ਉਹਦੀ ਵਜ੍ਹਾ ਤੋਂ ਫਿਰ ਮਸੂੜਿਆਂ 'ਚੋਂ ਖੂਨ, ਦੰਦ ਕਮਜ਼ੋਰ, ਠੰਡਾ ਤੱਤਾ ਲੱਗਣਾ ਤੇ ਬਾਅਦ ਦਫਾ ਉਹਨਾਂ 'ਚ ਕੈਵਿਟੀ ਵਗੈਰਾ ਹੋ ਜਾਂਦੀ ਹੈ। ਤੇ ਇੱਕ ਮੇਰੀ ਗੱਲ ਯਾਦ ਰੱਖਿਓ, ਸਾਬਣ ਜਾਂ ਝੱਗ ਹਮੇਸ਼ਾ ਕੱਪੜੇ ਜਾਂ ਬਰਤਨ ਧੋਣ ਲਈ ਹੁੰਦੀ ਹੈ। ਇਹ ਮਾਲਕ ਨੇ ਬੜੀ ਵੱਡੀ ਨਿਮਤ ਦਿੱਤੀ ਹੈ ਦੰਦ ਤੁਹਾਨੂੰ, ਮਸੂੜੇ ਤੁਹਾਨੂੰ। ਇਹ ਜਦੋਂ ਤੁਸੀਂ ਡੈਂਟਿਸਟ ਕੋਲ ਜਾਓਗੇ ਨਾ ਤਾਂ ਉਹਨੂੰ ਕਹੋਗੇ 2 ਦੰਦ ਲਾਣੇ ਤੇ ਤੁਹਾਨੂੰ ਇਹਦੀ ਕਦਰ ਮਹਿਸੂਸ ਹੋਏਗੀ। ਲੇਕਿਨ ਇੱਕ ਇੱਥੇ ਨਾ ਹਕੀਮ ਸਾਹਿਬ, ਮੈਂ ਤੁਹਾਡੇ ਇੱਕ ਗੱਲ ਨਾਲ ਇਤਫਾਕ ਨਹੀਂ ਕਰਦਾ। ਦੇਖੋ ਟੀਵੀ ਤੇ ਐਡੀਆਂ ਐਡੀਆਂ ਮਸ਼ਹੂਰੀਆਂ ਆਉਂਦੀਆਂ, ਉਹ ਬੁਰਸ਼ ਉੱਤੇ ਪੂਰੀ ਇੰਨੀ ਸਾਰੀ ਉਹ ਲਾ ਕੇ, ਤੇ ਬੱਚਿਆਂ ਨੂੰ ਸ਼ੌਕ ਹੁੰਦਾ ਨਾ ਝੱਗ ਦਾ, ਜ਼ਰਾ ਉਹ ਜ਼ਰਾ ਸੋਹਣੀ ਲੱਗਦੀ ਹੈ ਨਾ, ਤੇ ਇਸ ਲਈ ਬੱਚੇ ਜ਼ਰਾ ਝੱਗ ਝੁੱਗ ਜ਼ਰਾ ਉਹ ਦੰਦਾਂ ਤੇ ਇਸ ਤਰ੍ਹਾਂ ਮਾਰਦੇ ਨੇ, ਝੱਗ ਆਏ ਜ਼ਰਾ। ਔਰ ਕਈ ਬੱਚੇ ਨਾ ਉਹ ਅੰਦਰ ਨਿਕਲ ਵੀ ਲੈਂਦੇ ਨੇ। ਤੇ ਤੁਸੀਂ ਇਹਨੂੰ ਕੈਮੀਕਲ ਕਹਿਤਾ ਤਾਂ ਮਤਲਬ ਹੈ ਕਿ ਬੱਚਿਆਂ ਦੇ ਅੰਦਰ ਉਹ ਕੈਮੀਕਲ ਜਾਏਗਾ ਤੇ ਉਹ ਅੰਤਾਂ ਦੀ ਇਨਫੈਕਸ਼ਨ ਪੈਦਾ ਕਰੇਗਾ। ਸਭ ਲੇਟੈਸਟ ਰਿਸਰਚ ਜਿਹੜੀ ਹੈ ਨਾ ਉਹ ਕਹਿ ਰਹੀ ਹੈ ਕਿ ਇਹਦੇ ਵਿੱਚ ਕੁਝ ਐਸੇ ਕੈਮੀਕਲਸ ਨੇ ਜਿਹੜੇ ਕੈਂਸਰ ਦੇ ਕਾਜ਼ਸ ਪੈਦਾ ਕਰ ਰਹੇ ਨੇ। ਤੁਸੀਂ ਇੱਕ ਤਜਰਬਾ ਕਰ ਲੈਣਾ, ਮੈਂ ਤੁਹਾਨੂੰ ਦੱਸਣਾ ਕਿ ਤੁਸੀਂ ਪੇਸਟ ਕਰਨ ਤੋਂ ਬਾਅਦ 3-4 ਕੁੱਲੀਆਂ ਕਰਨਾ, ਉਸ ਤੋਂ ਬਾਅਦ ਬੁਰਸ਼ ਨੂੰ ਧੋ ਲੈਣਾ, ਫਿਰ ਉਹਨੂੰ ਅੱਛੀ ਤਰ੍ਹਾਂ 2-4 ਦਫਾ ਬੁਰਸ਼ ਨੂੰ ਦੰਦਾਂ ਤੇ ਮਾਰ ਕੇ ਫਿਰ ਕੁੱਲੀਆਂ ਕਰਨਾ, ਫਿਰ ਝੱਗ ਆਏਗੀ। ਇਹ ਅਮਲ ਤੁਸੀਂ 3-4 ਦਫਾ ਕਰੋਗੇ, ਝੱਗ ਨਹੀਂ ਖਤਮ ਕਰੇਗੀ। ਤੇ ਕਿਆ ਇਹ ਏਡੇ ਤੇਜ਼ ਕੈਮੀਕਲ ਮਸੂੜਿਆਂ ਨੂੰ ਖਰਾਬ ਨਹੀਂ ਕਰਨਗੇ, ਦੰਦਾਂ ਨੂੰ ਖਰਾਬ ਨਹੀਂ ਕਰਨਗੇ? ਇਹ ਸੋਚ ਲਓ, ਕਈਆਂ ਦੀਆਂ ਇੱਥੇ ਪੇਸਟਾਂ ਜਿਹੜੀਆਂ ਨਾ ਵਿਕਣੀਆਂ ਘਟ ਜਾਣੀਆਂ ਨੇ
ਲੇਕਿਨ ਤੇ ਤੁਹਾਡੀ ਗੱਲ ਗਲਤ ਨਾ ਹੋਵੇ ਫਿਰ। ਲੇਕਿਨ ਸਾਨੂੰ ਇੱਥੇ ਵੀ 1400 ਸਾਲ ਪਿੱਛੇ ਜਾ ਕੇ ਸੁਨਨਤ ਤੇ ਅਮਲ ਕਰਨਾ ਤੇ ਬਿਮਾਰੀਆਂ ਤੋਂ ਬਚਣਾ, ਨਹੀਂ ਤੇ ਫਿਰ ਮਹਿੰਗੇ ਇਲਾਜਾਂ ਵਾਸਤੇ ਤਿਆਰ ਹੋ ਜਾਓ। ਇਹ ਤੁਹਾਡੀ ਗੱਲ ਬੜੀ ਵਧੀਆ ਹੈ ਕਿ ਅਸੀਂ ਨਬੀ ਸੱਲੱਲਾਹੁ ਦੀ ਸੁਨਨਤ ਤੇ ਅਮਲ ਕਰਾਂਗੇ ਤਾਂ ਅਸੀਂ, ਸਾਡੇ ਦੰਦ ਵੀ ਨਹੀਂ ਖਰਾਬ ਹੋ ਸਕਦੇ, ਸਾਡੀਆਂ ਜ਼ਿੰਦਗੀਆਂ 'ਚ ਵੀ ਨਿਖਾਰ ਆ ਜਾਏਗਾ। ਹਾਂ ਸਾਹਿਬ, ਇਹਨਾਂ ਦੰਦਾਂ ਦੀ ਖਰਾਬੀ ਦੀ ਵਜ੍ਹਾ ਤੋਂ ਲੋਕਾਂ ਦੇ ਮੂੰਹ 'ਚ ਬਦਬੂ ਆਉਂਦੀ, ਲੋਕਾਂ ਦੇ ਮਿਹਦੇ ਖਰਾਬ ਨੇ। ਜਦੋਂ ਤੁਹਾਡੇ ਮਸੂੜਿਆਂ ਦੇ ਵਿੱਚੋਂ ਖੂਨ ਆ ਰਿਹਾ, ਪੀਪ ਆ ਰਹੀ ਹੈ, ਤੇ ਤੁਸੀਂ ਖੁਰਾਕ ਖਾ ਰਹੇ ਹੋ, ਕਿਆ ਖੂਨ ਤੇ ਪੀਪ ਖੁਰਾਕ ਦੇ ਨਾਲ ਤੁਹਾਡੇ ਮਿਹਦੇ ਜਿਸਮ 'ਚ ਜਾ ਕੇ ਇਨਫੈਕਸ਼ਨ ਨਹੀਂ ਪੈਦਾ ਕਰ ਰਹੀ? ਅਸੀਂ ਉੱਥੇ ਮਿਹਦੇ ਦੀਆਂ ਦਵਾਈਆਂ ਖਾ ਰਹੇ ਹਾਂ, ਉੱਥੇ ਮਿਹਦੇ ਦੇ ਟ੍ਰੀਟਮੈਂਟ ਕਰਵਾ ਰਹੇ ਹਾਂ, ਲੇਕਿਨ ਅਸੀਂ ਮਸੂੜਿਆਂ 'ਤੇ ਕਦੀ ਤੋਜਾ ਹੀ ਨਹੀਂ ਦਿੱਤੀ। ਇਹ ਤੁਹਾਡੀ ਬੜੀ ਵੱਡੀ ਗੱਲ ਹੈ ਕਿ ਦੇਖੋ ਨਾ, ਹਦੀਸ ਦੇ ਅਲਫਾਜ਼ ਨੇ, ਠੀਕ ਹੈ, ਔਰ ਰੱਬ ਰਾਜ਼ੀ ਹੁੰਦਾ ਹੈ ਤੋਂ, ਠੀਕ ਹੈ। ਅੱਛਾ ਤੁਸੀਂ ਮੈਨੂੰ ਔਰ ਦੇਖੋ ਨਾ, ਸਫਾਈ ਚਾਹੇ ਉਹ ਦਿਲ ਦੀ ਹੋਏ, ਜਿਸਮ ਦੀ ਹੋਏ, ਜਾਂ ਬੈਰੂਨੀ ਅਸੀਂ ਘਰ ਦੀ ਸਫਾਈ ਹੋਏ, ਜਾਂ ਦੰਦਾਂ ਦੀ ਸਫਾਈ ਹੋਏ, ਸਫਾਈ ਨੂੰ ਨਾ ਬੜੀ ਵੱਡੀ ਅਹਿਮੀਅਤ ਹਾਸਲ ਹੈ। ਇੱਥੇ ਵੀ ਹਦੀਸ ਹੈ, ਅਤ-ਤਹੂਰ ਸ਼ਤਰੁਲ ਈਮਾਨ, ਸਫਾਈ ਨਿਸਫ ਈਮਾਨ ਹੈ। ਉਹਦੇ ਦੇਖੋ ਆ ਗਏ ਨਾ ਦੰਦ ਵੀ। ਤੁਸੀਂ ਮੈਨੂੰ ਇਹ ਦੱਸੋ, ਅਸੀਂ ਇਹਦੇ 'ਚ ਹੁਣ ਕਰੀਏ ਕੀ? ਜਿਹੜਾ ਬੰਦਾ ਉਹਦੇ ਮੂੰਹ 'ਚੋਂ ਖੂਨ ਆਉਂਦਾ ਹੈ, ਠੀਕ ਹੈ, ਉਹਦੇ ਮਸੂੜੇ ਪੱਕੇ ਹੋਏ ਨੇ, ਠੀਕ ਹੈ, ਸੋਜ਼ਸ਼ ਵੀ ਹੈ, ਦਰਦ ਵੀ ਹੈ, ਉਹ ਕਿਹੜਾ ਨੁਸਖਾ? ਕੋਈ ਹਕੀਮ ਸਾਹਿਬ ਕੋਈ ਚੰਗਾ ਜਿਹਾ ਨੁਸਖਾ ਵੀ ਤੇ ਦਿਓ ਨਾ। ਆਵਾਮ ਹੁਣ ਪਰੇਸ਼ਾਨ ਹੈ, ਤੁਸੀਂ ਲੋਕਾਂ ਦੀ ਪੇਸ ਤੇ ਬੰਦ ਕਰਵਾਤੀ, ਹੁਣ ਕੁਛ ਕੋਲੋਂ ਵੀ ਤੇ ਦੱਸੋ ਨਾ। ਲੇਕਿਨ ਕੋਈ ਨੁਸਖਾ ਵੀ ਐਸਾ ਦੱਸਣਾ ਜਿਹੜਾ ਵਾਕਈ, ਉਹ ਜਿਹੜਾ ਤੁਸੀਂ ਕਹਿੰਦੇ ਨਾ ਜੱਦੀ ਪੁਸ਼ਤੀ, ਉਹ ਤੁਹਾਡੇ ਅਬਾਓ ਅਜਦਾਦ ਤੋਂ ਚੱਲਦਾ ਆ ਰਿਹਾ ਹੋਵੇ, ਕੋਈ ਕੰਮ ਦਾ ਨੁਸਖਾ ਦੱਸਣਾ। ਕਿਉਂਕਿ ਆਵਾਮ ਤੇ ਤੁਸੀਂ ਪੇਸਟਾਂ ਬੰਦ ਕਰਵਾ ਰਹੇ ਹੋ ਨਾ, ਤੇ ਲੜਾਈ ਹੋ ਜਾਣੀ ਜੇ। ਆਪ ਸਾਹਿਬ, ਕਈ ਡੈਂਟਿਸਟ ਮੇਰੇ ਖਿਲਾਫ ਹੋ ਜਾਣਗੇ ਜਿਨ੍ਹਾਂ ਦੇ ਕੋਲ ਮਰੀਜ਼ ਜਾਂਦੇ ਨੇ, ਕੋਈ ਦਰਦਾਂ ਲੈ ਕੇ ਜਾ ਰਿਹਾ, ਕੋਈ ਇਨਫੈਕਸ਼ਨ ਲੈ ਕੇ ਜਾ ਰਿਹਾ, ਕੋਈ ਕੁਛ ਲੈ ਕੇ ਜਾ ਰਿਹਾ, ਉਹ ਇਹਦੇ ਨਾਲ ਠੀਕ ਹੋ ਗਈ ਤੇ ਫਿਰ ਉਹ। ਹੁਣ ਨਾ ਤੁਸੀਂ ਜਲਦੀ ਜਲਦੀ ਸਾਨੂੰ ਨੁਸਖਾ ਦੱਸੋ। ਆਵਾਮ ਬੈਠੀ ਵੀ ਇੰਤਜ਼ਾਰ ਕਰਨ ਰਹੀ ਹੈ, ਕਾਪੀ ਪੈਨਸਲ ਉਹਨਾਂ ਨੇ ਹੱਥ 'ਚ ਫੜੀ ਹੈ, ਉਹ ਕਹਿੰਦੀ ਇਹ ਤਾਂ ਗੱਲਾਂ ਹੀ ਲੰਮੀਆਂ ਕੀਤੀ ਜਾ ਰਿਹਾ। ਨੁਸਖਾ ਦੱਸੋ, ਕੀ ਨੁਸਖਾ ਦਈਏ ਇੱਥੇ? ਆਪ ਸਾਹਿਬ, ਇੱਕ ਪਲੇਟਫਾਰਮ ਦੇ ਉੱਤੇ ਮੈਂ ਇਹੋ ਹੀ ਨੁਸਖਾ ਦੱਸਿਆ ਸੀ ਤੇ 6.5 ਮਿਲੀਅਨ ਵੀਡੀਓ ਉਹ ਗਈ ਹੈ, ਯਾਨੀ ਕਿ 65 ਲੱਖ ਆਦਮੀ ਉਹਨੂੰ ਦੇਖ ਚੁੱਕਿਆ। ਉਹਦੇ ਚੋਂ ਹਜ਼ਾਰਾਂ ਦੇ ਹਿਸਾਬ ਤੇ ਲੋਕ ਉਹਨੂੰ ਫਾਲੋ ਕਰਕੇ ਤੇ ਉਹਦੇ ਤੋਂ ਫਾਇਦਾ ਉਠਾ ਚੁੱਕੇ ਨੇ। ਸਾਹਿਬ 65 ਲੱਖ ਨਾ ਕਿੰਨੇ ਜ਼ੀਰੋ ਹੁੰਦੇ ਨੇ? ਕੀ ਹੋ ਗਿਆ ਜੇ? ਏਡੀ ਛੇਤੀ ਇੰਨੀ ਜ਼ਿਆਦਾ ਲੋਕ ਨਹੀਂ ਵੇਖ ਸਕਦੇ। ਲੋਕ ਕੀ ਵਿਹਲੇ ਨੇ? ਤੁਹਾਡੀ ਮੈਂ ਤੁਹਾਨੂੰ ਸਕਰੀਨਸ਼ਾਟ ਦੇ ਦਾਂਗਾ, ਤੁਸੀਂ ਸ਼ੇਅਰ ਕਰ ਦੇਣਾ ਆਪਣੀ ਵੀਡੀਓ ਦੇ ਵਿੱਚ। ਅਸੀਂ ਨਾ ਇਹ ਤੁਹਾਡੀ ਇਹ ਵੀ ਗੱਲ, ਅਸੀਂ ਵੀਡੀਓ ਤੁਹਾਡੀ ਕੱਢ ਲਾਂਗੇ। ਤੁਸੀਂ ਇਹ ਜਿਹੜਾ ਨੁਸਖਾ ਸਾਨੂੰ ਦੱਸੋ, ਤੁਸੀਂ ਇੰਨੀ ਤਾਰੀਫ ਕਰੀ ਜਾ ਰਹੇ, ਲੇਕਿਨ ਸਾਨੂੰ ਨੁਸਖਾ ਵੀ ਤੇ ਦੱਸੋ। ਉਹ ਮੈਂ ਇਸੇ ਤੋਂ ਅੱਜ ਤੁਹਾਨੂੰ ਇਹ ਨੁਸਖਾ ਸਾਫ਼ ਦੱਸ ਰਿਹਾ ਵਾਂ, ਤਾਂ ਕਿ ਜਿਹੜੇ ਲੋਕ ਉਸ ਪਲੇਟਫਾਰਮ ਤੇ ਨਹੀਂ ਦੇ ਸਕੇ ਇੱਧਰ ਦੇਖ ਲੈਣ। ਦੇਖੋ ਦੱਸੋ ਜੀ, ਦੱਸੋ। ਲੇਕਿਨ ਪਹਿਲਾਂ ਤੁਸੀਂ ਸਾਨੂੰ ਵੀ ਕੁਝ ਦੱਸੋ ਨਾ, ਸਾਰਾ ਸਾਡੇ ਕੋਲੇ ਪੁੱਛੀ ਜਾਣਾ ਜੇ, ਫਿਰ ਮੈਂ ਨੁਸਖਾ ਦੱਸਾਂਗਾ। ਹਾਂਜੀ ਦੱਸ, ਪੁੱਛੋ ਜੀ, ਤੁਸੀਂ ਕੀ ਪੁੱਛਣਾ? ਦੰਦਾਂ ਦੇ ਬਾਰੇ ਕੋਈ ਦਵੋ ਨਾ, ਸਾਨੂੰ ਕੋਈ ਐਡਵਾਈਸ ਦਵੋ, ਜਾਂ ਕੋਈ ਸਾਨੂੰ ਕੋਈ ਛੋਟਾ ਮੋਟਾ ਕੋਈ ਟੋਟਕਾ ਦਿਓ। ਸੱਚੀ ਬਿਹਤਰੀਨ ਐਡਵਾਈਸ ਹੈ ਕਿ ਸਾਡਾ ਜਿਹੜਾ ਸਭ ਤੋਂ ਗਲਤ ਕੰਮ ਅਸੀਂ ਕਰਦੇ ਹਾਂ ਨਾ, ਅਸੀਂ ਬਰਸ਼ ਕਰਦੇ ਹਾਂ ਸਵੇਰ ਦੇ ਟਾਈਮ, ਰਾਤ ਨੂੰ ਖਾਣਾ ਖਾਇਆ ਤੇ ਸੋ ਗਏ, ਸਵੇਰ ਬਰਸ਼ ਕਰਕੇ ਤੇ ਅੱਧੇ ਘੰਟੇ ਬਾਅਦ ਜਾਂ 20 ਮਿੰਟ ਬਾਅਦ ਨਾਸ਼ਤਾ ਕਰਕੇ ਤੇ ਚਲੇ ਜਾਂਦੇ। ਯਾਨੀ ਕਿ ਦੰਦ ਕਿੰਨੀ ਦੇਰ ਸਾਫ਼ ਰਹਿੰਦੇ ਨੇ? 15-20 ਮਿੰਟ। ਅਸੂਲੇ ਇਲਾਜ ਇਹ ਆ ਕਿ ਸਭ ਤੋਂ ਪਹਿਲੇ ਤਾਂ ਰਾਤ ਨੂੰ ਬਰਸ਼ ਜਾਂ ਮਿਸਵਾਕ ਜਾਂ ਮੰਜਨ, ਠੀਕ ਹੈ, ਬਰਸ਼ ਮੈਂ ਇਸ ਲਈ ਕਿਹਾ ਕਿ ਤੁਸੀਂ ਇਹ ਮੰਜਨ ਬਰਸ਼ ਦੇ ਉੱਤੇ ਵੀ ਲਗਾ ਕੇ ਕਰ ਸਕਦੇ, ਠੀਕ ਹੈ। ਦੂਸਰੀ ਗੱਲ, ਇਹਦੇ 'ਚ ਤੁਸੀਂ ਰਾਤ ਨੂੰ ਬਰਸ਼ ਕੀਤਾ, ਪੂਰੀ ਰਾਤ ਤੁਹਾਡਾ ਮੂੰਹ ਰਿਹਾ ਪਾਕ ਸਾਫ਼ ਸੁਥਰਾ ਰਿਹਾ, ਸਵੇਰ ਤੁਸੀਂ ਉੱਠ ਕੇ ਕੁੱਲੀ ਕਰੋ, ਵਜ਼ੂ ਕਰੋ, ਨਮਾਜ਼ ਪੜ੍ਹੋ, ਨਮਾਜ਼ ਪੜ੍ਹ ਕੇ ਆ ਕੇ ਜਦੋਂ ਤੁਸੀਂ ਕੰਮ ਜਾਣਾ ਨਾਸ਼ਤਾ ਕਰੋ, ਨਾਸ਼ਤਾ ਕਰਨ ਤੋਂ ਬਾਅਦ ਫਿਰ ਤੁਸੀਂ ਮਿਸਵਾਕ ਕਰਕੇ ਤੇ ਫਿਰ ਕਰੋ ਜਾਓ, ਤਾਂ ਕਿ ਤੁਹਾਡਾ ਦਿਨ ਵੀ ਮੂੰਹ ਸਾਫ਼ ਰਹੇ ਔਰ ਰਾਤ ਵੀ ਮੂੰਹ ਸਾਫ਼ ਰਹੇ ਔਰ ਮੂੰਹ 'ਚੋਂ ਬਦਬੂ ਵੀ ਨਾ ਆਏ। ਉਹਦੇ ਵਾਸਤੇ ਜ਼ੈਤੂਨ ਦੀ ਮਿਸਵਾਕ ਬਹੁਤ ਅੱਛੀ ਹੈ, ਸੁਖਚੈਨ ਦੀ ਮਿਸਵਾਕ ਬਹੁਤ ਅੱਛੀ ਹੈ, ਠੀਕ ਹੈ, ਕਿੱਕਰ ਦੀ ਮਿਸਵਾਕ ਜਿਨ੍ਹਾਂ ਦੇ ਮੂੰਹ 'ਚੋਂ ਪਾਣੀ ਬਹੁਤ ਆਉਂਦਾ ਉਹ ਬਹੁਤ ਅੱਛੀ ਹੈ। ਇਹਦੇ ਵਿੱਚ ਇੱਕ ਨੁਸਖਾ ਤੁਹਾਨੂੰ ਦੱਸਦਾ ਜਿਹੜਾ ਅੱਜ ਕੱਲ੍ਹ ਬਹੁਤ ਜ਼ਿਆਦਾ ਲੋਕਾਂ ਨੂੰ ਪਰੇਸ਼ਾਨੀ ਹੈ। ਉਹ ਕੀ ਪਰੇਸ਼ਾਨੀ ਹੈ? ਲੋਕਾਂ ਦੇ ਨਾ ਮਸੂੜੇ ਸੁੱਜ ਜਾਂਦੇ ਨੇ, ਅਕਸਰ ਆ ਕੇ ਸ਼ਿਕਾਇਤ ਕਰਦੇ ਨੇ, ਔਰ ਉਹਦੀ ਵਜ੍ਹਾ ਤੋਂ ਫਿਰ ਦਰਦ ਵੀ ਹੁੰਦੀ ਹੈ। ਬੜਾ ਆਸਾਨ ਜਿਹਾ ਸਾਦਾ ਜਿਹਾ, ਇਹ ਤੁਹਾਡੇ ਕੋਲ ਸਾਹਮਣੇ ਨਾ ਘਰ ਦੀ ਸਭ ਤੋਂ ਸਸਤੀ ਪਾਕਿਸਤਾਨ 'ਚ ਇਹੀ ਚੀਜ਼ ਹੈ, ਸਭ ਤੋਂ ਸਸਤੀ ਨਮਕ ਜੀ, ਚਿੱਟਾ ਨਮਕ ਲਓ। ਇਹਦਾ ਤਰੀਕਾ ਵੀ ਦੱਸ ਦੇਣਾ ਇਹ ਬੜਾ ਸੌਖਾ ਜੇ, ਬੜਾ ਸੌਖਾ ਤਰੀਕਾ ਜੇ। ਇਹਨੂੰ ਸਾਜੀ ਤੁਸੀਂ 1 ਕੱਪ ਗਰਮ ਪਾਣੀ ਲੈਣਾ, ਉਹਦੇ 'ਚ ਇਹਨੂੰ ਤੁਸੀਂ 2-4 ਚੁਟਕੀਆਂ ਪਾ ਲਓ, 5 ਚੁਟਕੀਆਂ ਇਹਨੂੰ ਪਾ ਕੇ ਉਹਨੂੰ ਹਿਲਾ ਲਓ, ਹਿਲਾ ਕੇ ਉਹਦੀਆਂ ਕੁੱਲੀਆਂ ਕਰਨੀਆਂ ਸਵੇਰ ਸ਼ਾਮ 2-3 ਦਫਾ ਕੁੱਲੀਆਂ ਕਰ ਲੀਆਂ, ਇਹ ਨਾਲ ਸੋਜ਼ਿਸ਼ ਕੰਮ ਹੋ ਜਾਏਗੀ। ਉਸ ਤੋਂ ਬਾਅਦ ਤੁਸੀਂ ਇਹ ਫਟਕੜੀ ਪਈ ਹੈ, ਬੜਾ ਸੌਖਾ ਜਿਹਾ ਹਾਲ, ਇਹ ਫਟਕੜੀ ਲਵੋ, ਫਟਕੜੀ ਪਾਣੀ 'ਚ ਘੋਲ ਕੇ ਦੀਆਂ 1-2 ਕੁੱਲੀਆਂ ਕਰ ਲਵੋ, ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਦੰਦਾਂ ਦੇ ਅੰਦਰ ਜਿਹੜੀ ਸੋਜ਼ਿਸ਼ ਹੈ ਔਰ ਦਰਦ ਹੈ ਇਨਸ਼ਾਅੱਲਾ ਉਹਨੂੰ ਸਕੂਨ ਹੋ ਜਾਏਗਾ। ਹਾਂ ਸਾਹਿਬ, ਇੱਕ ਆਵਾਮ ਦੇ ਉੱਤੇ ਛੋਟਾ ਜਿਹਾ ਅਹਿਸਾਨ ਹੋਰ ਕਰ ਦਿਓ ਜੀ ਜੀ। ਦੰਦ ਖਰਾਬ ਹੋਣ ਦੇ, ਮਸੂੜੇ ਖਰਾਬ ਹੋਣ ਦੇ ਇੱਕ ਬੜੀ ਵਜ੍ਹਾ ਬੁਰਸ਼ ਦਾ ਸਹੀ ਇਸਤੇਮਾਲ ਨਹੀਂ।
ਬਿਲਕੁਲ ਇਸ ਤਰ੍ਹਾਂ ਹੀ। ਉਹਦੇ ਬਾਰੇ ਤੁਸੀਂ ਦੱਸੋ, ਫਿਰ ਮੈਂ ਨੁਸਖੇ ਲਾਣਾ। ਅੱਛਾ, ਬੁਰਸ਼ ਜਿਹੜਾ ਨਾ, ਬੁਰਸ਼ ਅਸੀਂ ਸਭ ਤੋਂ ਪਹਿਲੇ ਤੇ ਜਦੋਂ ਅਸੀਂ ਬੁਰਸ਼ ਕਰਦੇ ਹਾਂ ਨਾ, ਉਹਦੇ ਤੇ ਸਭ ਤੋਂ ਪਹਿਲੇ ਤੇ ਜਿਹੜਾ ਅਸੀਂ ਉਹ ਲੈਂਦੇ ਹਾਂ ਨਾ ਪੇਸਟ, ਬਿਲਕੁਲ ਮਾਈਨਰ ਜਿਹਾ ਲਿਆ ਜਾਏ। ਫਿਰ ਜਿਹੜਾ ਅਸੀਂ ਬਹੁਤ ਜ਼ੋਰ ਨਾਲ ਉਹਨੂੰ ਕਰਦੇ ਹਾਂ ਨਾ, ਇਹ ਨੁਕਸਾਨਦੇਹ ਆ, ਉਹਦੀ ਇੱਕ ਲਿਮਟ ਹੈ। ਓਵਰਆਲ ਤਾਂ ਮੈਂ ਖੁਦ ਵੀ ਮਿਸਵਾਕ ਹੀ ਕਰਦਾ, ਮੇਰੀ ਜੇਬ 'ਚ ਹਜੇ ਵੀ ਮਿਸਵਾਕ ਹੀ ਹੈ, ਤੇ ਮੈਂ ਲੋਕਾਂ ਨੂੰ ਵੀ ਇਹੀ ਗਾਈਡ ਕਰਦਾ ਕਿ ਤੁਸੀਂ ਜੀ ਮਿਸਵਾਕ ਹੀ ਕਰੋ। ਮੇਰੀ ਜੇਬ 'ਚ ਹਰ ਟਾਈਮ ਨਾ ਜ਼ੈਤੂਨ ਦੀ ਮਿਸਵਾਕ ਹੁੰਦੀ ਹੈ, ਠੀਕ ਹੈ। ਮਕਸਦ ਇਹ ਕਿ ਪਹਿਲੀ ਗੱਲ ਤੇ ਇਹ ਕਰੋ। ਦੂਸਰਾ, ਮਸੂੜੇ ਦੇ ਖਰਾਬ ਹੋਣ ਦੀ ਬੁਨਿਆਦੀ ਵਜ੍ਹਾ ਜਿਹੜੀ ਮੈਂ ਤੁਹਾਨੂੰ ਦੱਸੀ ਨਾ, ਉਹ ਅਸੀਂ ਜਿਹੜਾ ਬਰਸ਼ ਟਾਈਮ ਨਾਲ ਨਹੀਂ ਕਰਦੇ। ਦੂਸਰਾ, ਖਾਣੇ ਵਿੱਚ ਅਕਸਰ ਔਕਾਤ ਮਿੱਠੀ ਚੀਜ਼ ਖਾਣ ਤੋਂ ਬਾਅਦ ਨਹੀਂ ਅਫਸਰ, ਬੁਰਸ਼ ਦਾ ਤਰੀਕਾ ਅੱਛਾ, ਬੁਰਸ਼ ਦਾ ਤਰੀਕਾ ਬੜਾ ਆਸਾਨ ਹੈ। ਬੁਰਸ਼ ਦਾ ਤਰੀਕਾ ਜਿਹੜਾ ਲੋਕ ਉਹਦੇ 'ਚ ਅਸੀਂ, ਮੈਂ ਜਿਹੜਾ ਆਪਣੀ ਲਾਈਫ 'ਚ ਦੇਖਿਆ, ਦੋਨੋਂ ਤਰੀਕੇ ਨਾਲ ਸਹੀ ਆ। ਲੇਕਿਨ ਅਗਰ ਤੁਸੀਂ ਆਹਿਸਤਾ ਆਹਿਸਤਾ ਇਸ ਤਰ੍ਹਾਂ ਕਰਦੇ ਹੋ, ਉਹ ਵੀ ਤਰੀਕਾ ਠੀਕ ਹੈ, ਔਰ ਇਹ ਜਿਹੜਾ ਤਰੀਕਾ ਵੀ ਠੀਕ ਹੈ। ਲੇਕਿਨ ਲਾਈਟ ਮੂਡ 'ਚ ਕੀਤਾ ਜਾਏ। ਤੁਸੀਂ ਜਿੰਨਾ ਜ਼ਿਆਦਾ ਹਾਰਡ ਕਰੋਗੇ, ਜਿੰਨਾ ਜ਼ਿਆਦਾ ਸਖਤੀ ਨਾਲ ਕਰੋਗੇ, ਉਹਨਾਂ ਤੁਹਾਡਾ ਨੁਕਸਾਨ ਹੈ। ਬੜੀਆਂ ਕੰਮ ਦੀਆਂ ਗੱਲਾਂ ਦੱਸੀਆਂ ਅਫਸਰ, ਹੁਣ ਲੱਗਦਾ ਮੈਨੂੰ ਨੁਸਖਾ ਦੱਸਣਾ ਹੀ ਪੈਣਾ, ਨਹੀਂ ਤੇ ਮੈਂ ਤੇ ਛੁਪਾ ਕੇ ਬਹਿਣਾ ਸੀ। ਜੇ ਤੁਸੀਂ ਨੁਸਖਾ ਨਹੀਂ ਨਾ ਦੱਸੋਗੇ, ਇੱਥੇ ਸੈੱਟ ਤੇ ਲੜਾਈ ਵੀ ਹੋ ਜਾਏਗੀ। ਦੱਸੋ ਜਲਦੀ, ਹੁਣ ਟਾਈਮ ਜਿਹੜਾ ਨਾ ਸਾਡੇ ਕੋਲ ਸ਼ਾਰਟ ਹੈ, ਆਡੀਅנס ਥੱਕ ਚੁੱਕੀ ਹੈ, ਜਲਦੀ ਦੱਸੋ ਜਰਾ। ਅਸਲ ਨੁਸਖਾ ਇਹ ਕਿ ਇੱਕ ਪਾਓ ਫਟਕਰੀ ਲੈਣੀ ਹੈ। ਇਹ ਮੇਰੀਆਂ ਚੀਜ਼ਾਂ ਚੁੱਕ ਕੇ ਅੱਗੇ ਕਰੀ ਜਾ ਰਹੇ ਹੋ। ਇਹ ਆਵਾਮ ਦੀਆਂ ਨੇ, ਨਾ ਅੱਛਾ, ਤੁਹਾਡੀਆਂ ਫਿਰ ਨਾ ਠੀਕ, ਮੇਰੀਆਂ, ਇਹ ਆਵਾਮ ਦੀਆਂ ਨੇ। ਫਿਰ ਠੀਕ ਹੈ, ਫਿਰ ਹਾਂਜੀ, ਠੀਕ, ਇੱਕ ਪਾਓ ਫਟਕਰੀ ਲੈਣੀ, ਉਹਨੂੰ ਕੜਾਈ 'ਚ ਜਾਂ ਤਵੇ 'ਚ ਪਾ ਕੇ ਚੁੱਲ੍ਹੇ ਤੇ ਰੱਖ ਦੇਣਾ। ਠੀਕ ਹੋ ਗਿਆ, ਥੱਲੇ ਤੁਸੀਂ ਬਾਲ ਦੇਣੀ ਅੱਗ। ਠੀਕ ਹੋ ਗਿਆ, ਅੱਗ ਲਾਣੀ ਨਹੀਂ, ਅੱਗ ਬਾਲ ਦੇਣੀ। ਠੀਕ ਹੋ ਗਿਆ। ਜਦੋਂ ਇਹਨੂੰ ਅੱਗ ਪਹੁੰਚੇਗੀ, ਹੀਟ ਪਹੁੰਚੇਗੀ, ਤੇ ਇਹ ਪਿਘਲ ਕੇ ਪਾਣੀ ਬਣਨਾ ਸ਼ੁਰੂ ਹੋ ਜਾਏ। ਠੀਕ ਹੋ ਗਿਆ, ਜਦੋਂ ਇਹ ਪਾਣੀ ਬਣੇ, ਇਹਦੇ ਵਿੱਚ 50 ਤੋਂ 60 ਲੌਂਗ ਠੀਕ ਹੋ ਗਿਆ, ਇਹ ਸੁੱਟ ਦਿਓ, ਸੁੱਟ ਦਿਓ, ਹੋ ਗਿਆ, ਇਹਦੇ ਵਿੱਚ ਸੁੱਟ ਦਿਓ, ਠੀਕ ਹੈ। ਉਸ ਤੋਂ ਬਾਅਦ 4 ਨਿੰਬੂ, 4 ਹੋ ਜਾਣ, ਛੋਟੇ ਨੇ ਤੇ 5 ਵੀ ਹੋ ਸਕਦੇ ਨੇ, ਇਹਨਾਂ ਨੂੰ ਕੱਟ ਕੇ ਇਹਨਾਂ ਦਾ ਪਾਣੀ ਵਿੱਚ ਨਿਚੋੜ ਦਿਓ। ਠੀਕ ਹੋ ਗਿਆ, ਠੀਕ ਹੈ। ਥੱਲੇ ਹਲਕੀ ਹਲਕੀ ਅੱਗ ਬਲਦੀ ਰਹੇ, ਆਜ ਚੱਲਦੀ ਰਹੀ, ਆਗ ਚੱਲਦੀ ਰਹੇ, ਉਹ ਪਾਣੀ ਖੁਸ਼ਕ ਹੋ ਜਾਵੇ। ਜਦੋਂ ਦੇਖੋ ਕਿ ਥੱਲੇ ਖੁਸ਼ਕ ਹੋ ਗਿਆ, ਉਹਦਾ ਸਾਈਡ ਚੇਂਜ ਕਰ ਦਿਓ। ਠੀਕ ਹੋ ਗਿਆ, ਉੱਪਰਲਾ ਹਿੱਸਾ ਫਟਕਰੀ ਦਾ ਨੀਚੇ ਕਰ ਦਿਓ, ਤਾਂ ਕਿ ਉੱਪਰ ਜਿਹੜਾ ਪਾਣੀ ਉਹ ਵੀ ਖੁਸ਼ਕ ਹੋ ਜਾਏ। ਇਹਦੀ ਤਿਆਰੀ ਦੀ ਨਿਸ਼ਾਨੀ ਹੈ ਕਿ ਫੁੱਲ ਜਾਏਗਾ। ਠੀਕ ਹੋ ਗਿਆ, ਫੁੱਲ ਜਾਏਗਾ, ਜਿਵੇਂ ਪਤਾਸਾ ਫੁੱਲਦਾ ਇਸ ਤਰ੍ਹਾਂ ਫੁੱਲ ਜਾਏਗਾ। ਜਦੋਂ ਫੁੱਲ ਜਾਵੇ ਤੇ ਉਦੋਂ ਇਹਨੂੰ ਪਾਊਡਰ ਕਰ ਲੈਣਾ। ਠੀਕ ਹੋ ਗਿਆ, ਤੋਲਾ ਕਰਕਰਾ ਪਾਊਡਰ ਕਰਕੇ ਇਹਦੇ 'ਚ ਸ਼ਾਮਿਲ ਕਰ ਲਵੋ, ਤੇ ਉਸ ਤੋਂ ਬਾਅਦ ਇਹਨੂੰ ਹਵਾ ਬੰਦ ਜਾਰ, ਠੀਕ ਹੋ ਗਿਆ, ਤਾਂ ਕਿ ਮੌਸਮ ਨਮੀ ਦਾ ਖਰਾਬ ਨਾ ਹੋਵੇ। ਠੀਕ ਹੋ ਗਿਆ। ਤਰੀਕਾ ਇਸਤੇਮਾਲ ਉਹਦਾ ਇਸ ਤਰ੍ਹਾਂ ਹੈ ਕਿ ਤੁਸੀਂ ਰਾਤ ਨੂੰ 1 ਤੋਂ 2 ਚੁਟਕੀ ਉਂਗਲ ਦੇ ਨਾਲ ਮਸੂੜਿਆਂ ਤੇ ਵੀ ਤੇ ਦੰਦਾਂ ਤੇ ਵੀ ਇਹਨੂੰ ਮਲਣਾ ਹੈ। ਤੇ ਉਸ ਤੋਂ ਬਾਅਦ ਮੂੰਹ ਨੂੰ ਖੁੱਲਾ ਛੱਡ ਦੇਣਾ, ਥੋੜਾ ਜਿਹਾ ਢਿੱਲਾ, ਜਿਹਨੂੰ ਪੰਜਾਬੀ 'ਚ ਕਹਿੰਦੇ ਨੇ, ਛੱਡ ਦੇਣਾ। ਜਿੰਨਾ ਪਾਣੀ, ਫਾਸਦ ਮਾਦੇ, ਇਨਫੈਕਸ਼ਨ ਵਾਲੇ ਮਾਦੇ ਨੇ, ਉਹ ਤੁਹਾਡੇ ਮੂੰਹ 'ਚੋਂ ਨਿਕਲਣਾ ਸ਼ੁਰੂ ਹੋ ਜਾਣਗੇ। ਉਸ ਤੋਂ ਬਾਅਦ ਤੁਸੀਂ 15 ਤੋਂ 20 ਮਿੰਟ ਬਾਅਦ ਕੁੱਲੀ ਕਰ ਲਓ। ਨਾ ਵੀ ਕਰੋ ਤੇ ਇਹਦੇ 'ਚ ਕੋਈ ਨੁਕਸਾਨਦੇਹ ਸਾਈਡ ਚੀਜ਼, ਇਫੈਕਟ ਵਾਲੀ ਕੋਈ ਚੀਜ਼ ਕੋਈ ਨਹੀਂ। ਚੀਜ਼ ਨਹੀਂ। ਤੇ ਇਹਦੇ ਵਾਸਤੇ ਇੱਕ ਇਹੋ ਹੀ ਹੈ ਕਿ ਜਦੋਂ ਵੀ ਕਰਨਾ, ਰਾਤ ਨੂੰ ਕਰਨਾ, ਤੇ ਕਮ ਅਜ਼ ਕਮ ਹਫ਼ਤੇ 'ਚ 3 ਦਫਾ ਲਾਜ਼ਮੀ ਇਹਨੂੰ ਇਸਤੇਮਾਲ ਕਰਨਾ। ਦੰਦਾਂ 'ਚ ਪੀਪ ਆਉਂਦੀ ਹੋਵੇ, ਦੰਦ ਹਿੱਲਦੇ ਹੋਣ, ਦੰਦਾਂ ਦੇ ਵਿੱਚ ਸੋਜਸ਼ ਹੋਵੇ, ਦੰਦਾਂ ਨੂੰ ਠੰਡਾ ਤੱਤਾ ਲੱਗਦਾ ਹੋਵੇ, ਤੇ ਇਹ ਇਸਤੇਮਾਲ ਕਰੋ। ਤੇ ਜਦੋਂ ਫਾਇਦਾ ਹੋਵੇ, ਤੇ ਮੇਰੇ ਵਾਸਤੇ ਤੇ ਦੁਆ ਕਰਨੀ, ਹਾਫਿਜ਼ ਸਾਹਿਬ ਵਾਸਤੇ ਲਾਜ਼ਮੀ ਕਰਨੀ ਹੈ ਕਿ ਜਿਨ੍ਹਾਂ ਨੇ ਇਹ ਪਲੇਟਫਾਰਮ ਸਾਨੂੰ ਮੁਹੱਈਆ ਕੀਤਾ, ਕਿ ਅਸੀਂ ਤੁਹਾਡੇ ਅੱਗੇ ਏਡੀਆਂ ਕੀਮਤੀ ਚੀਜ਼ਾਂ ਪਹੁੰਚਾ ਰਹੇ ਹਾਂ। ਜੀ, ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇ। ਤੁਸੀਂ ਬੜੇ ਅੱਛੇ ਅੰਦਾਜ਼ ਨਾਲ ਨਾ, ਦੇਖੋ ਹਕੀਮ ਸਾਹਿਬ ਨੇ ਨਾ, ਇਹ ਜਿਹੜਾ ਸਦਰੀ ਨੁਸਖੇ ਹੁੰਦੇ ਨਾ, ਇਹ ਲੋਕ ਬਹੁਤ ਕਮ ਦੱਸਦੇ ਨੇ, ਇਹਨਾਂ ਨੇ ਇਹ ਦੱਸਿਆ, ਤੇ ਇਹਦੇ ਤੇ ਤੁਸੀਂ ਅਮਲ ਕਰਕੇ ਫੀਡਬੈਕ ਵੀ ਦੇਣਾ ਹੈ ਕਿ ਇਹ ਤੁਹਾਨੂੰ ਨੁਸਖਾ ਕੈਸਾ ਲੱਗਿਆ, ਔਰ ਇਹਨੇ ਵਾਕਈ ਰਿਜ਼ਲਟ ਅੱਛਾ ਦਿੱਤਾ ਹੈ ਕਿ ਨਹੀਂ ਦਿੱਤਾ। ਤੇ ਪ੍ਰੋਫੈਸਰ ਸਾਹਿਬ, ਤੁਹਾਡਾ ਬੜਾ ਬੜਾ ਸ਼ੁਕਰੀਆ, ਔਰ ਬੜੀ ਖੁਸ਼ੀ ਹੋਈ ਕਿ ਤੁਸੀਂ ਆਏ ਸਾਡੇ ਪ੍ਰੋਗਰਾਮ 'ਚ, ਔਰ ਸਾਡੇ ਪ੍ਰੋਗਰਾਮ ਨੂੰ 4 ਚੰਦ ਲਾਏ। ਜਜ਼ਾਕੁਮੁੱਲਾ ਖੈਰਾ ਜੀ, ਅੱਲਾਹ ਤਾਲਾ ਤੁਹਾਨੂੰ ਜਜ਼ਾ ਦੇਵੇ ਕਿ ਠੀਕ ਹੈ। ਤੁਸੀਂ ਆਵਾਮ ਨੂੰ ਅਵੇਅਰਨੈਸ ਦੇ ਰਹੇ ਹੋ ਤੇ ਅੱਛੇ ਪ੍ਰੋਗਰਾਮ ਕਰ ਰਹੇ ਹੋ। ਅੱਲਾਹ ਤਾਲਾ ਤੁਹਾਨੂੰ ਬਿਲਕੁਲ। ਮਜ਼ੀਦ ਕਾਮਯਾਬੀਆਂ ਦੇਵੇ। ਇਹ ਤੁਸੀਂ ਵੀ ਜਿਹੜਾ ਨਾ ਆਡੀਅנס, ਇਹ ਗੱਲ ਸੁਣ ਲਵੋ। ਅਗਰ ਤੁਹਾਨੂੰ ਨੁਸਖਾ ਅੱਛਾ ਲੱਗੇ, ਇਹਨੂੰ ਤੁਸੀਂ ਅੱਗੇ ਸ਼ੇਅਰ ਵੀ ਕਰਨਾ ਹੈ, ਔਰ ਸਾਡੇ ਵਾਸਤੇ ਦੁਆ ਵੀ ਕਰਨੀ ਹੈ। ਅੱਲਾਹ ਤਾਲਾ ਸਾਨੂੰ ਹੋਰ ਤੌਫੀਕ ਦੇਵੇ। ਇਹ ਜਿਹੜਾ ਕਾਰੇ ਖੈਰ, ਅਸੀਂ ਜਿਹੜਾ ਕੰਮ ਕਰ ਰਹੇ ਹਾਂ, ਸਦਕਾ ਜਾਰੀਆ, ਇਹਦੇ 'ਚ ਅਸੀਂ ਹੋਰ ਵੱਧ ਚੜ੍ਹ ਕੇ ਹਿੱਸਾ ਲਈਏ। ਤੇ ਹੁਣ ਦਿਓ ਸਾਨੂੰ ਇਜਾਜ਼ਤ। ਤੁਹਾਡਾ ਸੋਹਣਾ ਤੇ ਪਿਆਰਾ ਹਕੀਮ, ਪ੍ਰੋਫੈਸਰ ਹਕੀਮ ਹਾਫਿਜ਼ ਫਰਹਾਨ ਹਨੀਫ, ਮੱਕੀ ਬੈਤੁਲ ਹਿਕਮਤ, ਲਾਹੌਰ।